ਨੈਕਸਟ ਹੈਗਾ ਕਰੈਕਟਰਿਸਟਿਕ ਇੰਪੀਡੈਂਸ ਆਫ ਅ ਸਟ੍ਰਿੰਗ। ਟਰਾਂਸਵਰਸ ਫੋਰਸ ਤੇ ਜਿਹੜੀ ਆਪਣੇ ਕੋਲ ਟਰਾਂਸਵਰਸ ਵੈਲੋਸਿਟੀ ਹੈ ਉਹਨਾਂ ਦੋਨਾਂ ਦੀ ਰੇਸ਼ੀਓ ਉਸ ਨੂੰ ਆਪਾਂ ਕਹਾਂਗੇ ਕਰੈਕਟਰਿਸਟਿਕ ਇੰਪੀਡੈਂਸ। ਇਸ ਦੇ ਐਕਸਪ੍ਰੈਸ਼ਨ ਫਾਈਂਡ ਆਊਟ ਕਰਨ ਦੇ ਲਈ ਕੰਸੀਡਰ ਆਪਣੇ ਕੋਲ ਕੋਈ ਵੀ ਸਟ੍ਰਿੰਗ ਹੈਗੀ ਹੈ, ਉਸ ਦਾ ਇੱਕ ਐਂਡ ਹੈਗਾ ਜਿਹੜਾ ਉਹ ਓਰੀਜਿਨਲੀ ਕੀ ਹੋਏਗਾ, ਫਿਕਸਡ ਹੋਏਗਾ। ਮੀਨਸ ਇੱਕ ਐਂਡ ਆਪਾਂ ਓਰੀਜਨ ਦੇ ਉੱਪਰ ਫਿਕਸ ਕਰਾਂਗੇ ਕੋਆਰਡੀਨੇਟ ਐਕਸਿਸ ਦੇ, ਅਤੇ ਦੂਜਾ ਐਂਡ ਆਪਣੇ ਕੋਲ ਕਿੱਥੇ ਜਾਏਗਾ, ਇਨਫਿਨਿਟੀ ਦੇ ਉੱਪਰ ਜਾਏਗਾ। ਅਤੇ ਜਿਹੜੀ ਟਰਾਂਸਵਰਸ ਵੇਵ ਹੈ ਇਸ ਦੇ ਵਿੱਚ ਜਨਰੇਟ ਹੋਈ ਹੈ ਸਟ੍ਰਿੰਗ ਦੇ ਵਿੱਚ, ਉਹ ਕਿਵੇਂ ਆਪਾਂ ਫੋਰਸ ਅਪਲਾਈ ਕੀਤੀ ਹੈ, F=F0 ਜਾਂ ਆਪਾਂ ਕਹਿ ਸਕਦੇ ਹਾਂ ਜਦੋਂ x ਦੀ ਵੈਲਿਊ ਕੀ ਹੈ, 0 ਹੈ, ਉਸ ਐਂਡ ਦੇ ਉੱਪਰ। ਜਦੋਂ x 0 ਹੈ ਮੀਨਸ ਓਰੀਜਨ ਦੇ ਉੱਪਰ ਹੈ ਸਟ੍ਰਿੰਗ, ਤਾਂ ਫੋਰਸ ਅਪਲਾਈ ਕੀਤੀ ਹੈ F0 ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਅਪਲਾਈਡ ਫੋਰਸ ਹੈ, ਅਪਲਾਈਡ ਫੋਰਸ ਦੇ ਨਾਲ ਇੱਥੇ ਵੇਵ ਹੈ ਜਿਹੜੀ ਜਨਰੇਟ ਹੋਏਗੀ। ਵੇਵ ਜਨਰੇਟ ਹੋਣ ਦੇ ਨਾਲ ਜਿਹੜੀ ਸਟ੍ਰਿੰਗ ਹੈ ਉਸ ਦੇ ਵਿੱਚ ਡਿਫੋਰਮੇਸ਼ਨ ਹੋਏਗੀ, ਅਤੇ ਰੀਸਟੋਰਿੰਗ ਫੋਰਸ ਹੈ ਇਲਾਸਟੀਸਿਟੀ ਆਫ ਸਟ੍ਰਿੰਗ ਦੇ ਕਾਰਨ ਉਹ ਲੱਗੇਗੀ ਆਪਣੇ ਕੋਲ ਟੈਂਸ਼ਨ T। ਅਤੇ ਆਹ ਵਾਲੀ ਜਿਹੜੀ ਟੈਂਸ਼ਨ T ਹੈ ਉਸ ਨੂੰ ਆਪਾਂ ਦੋ ਜਿਹੜੇ ਪਾਰਟ ਹੈ ਉਸ ਦੇ ਵਿੱਚ ਰਿਜ਼ੋਲਵ ਕਰਾਂਗੇ। ਫਸਟ ਹੈਗਾ ਲੌਂਗੀਟਿਊਡਨਲ ਕੰਪੋਨੈਂਟ, ਉਸ ਨੂੰ ਆਪਾਂ ਲਿਖ ਸਕਦੇ ਹਾਂ T cos θ। ਇਹ ਕੀ ਹੈ, ਇਹ ਐਕਟ ਕਰੇਗਾ ਅਲੋਂਗ ਦਾ ਓਰੀਜਨਲ ਪੋਜੀਸ਼ਨ ਔਰ ਦਾ ਇਕੁਇਲਿਬਰੀਅਮ ਪੋਜੀਸ਼ਨ ਆਫ ਦਾ ਸਟ੍ਰਿੰਗ ਦੇ ਨਾਲ। ਮੀਨਸ ਉਸ ਦੇ ਪੈਰਲਲ ਹੋ ਸਕਦਾ, ਐਂਟੀ ਪੈਰਲਲ ਹੋ ਸਕਦਾ ਹੈ। T sin θ ਹੈਗਾ ਜਿਹੜਾ ਕੰਪੋਨੈਂਟ, ਉਹ ਵਾਲਾ ਕੰਪੋਨੈਂਟ ਆਪਣੇ ਕੋਲ ਸਟ੍ਰਿੰਗ ਦੇ ਇਕੁਇਲਿਬਰੀਅਮ ਪੋਜੀਸ਼ਨ ਦੇ ਪਰਪੈਂਡੀਕੂਲਰ ਹੈ। ਹੁਣ ਐਕਸਟਰਨਲ ਜਿਹੜੀ ਫੋਰਸ F0 ਹੈ, ਇਸ ਦੇ ਵਿੱਚ ਆਪਣੇ ਕੋਲ ਜਿਹੜੀ ਟੈਂਸ਼ਨ ਲੱਗ ਰਹੀ ਹੈ ਉਹ ਕਿਹੜੇ ਕੰਪੋਨੈਂਟ ਦੇ ਕਾਰਨ ਲੱਗ ਰਹੀ ਹੈ, T sin θ ਦੇ ਕਾਰਨ। ਇਹ ਇੱਧਰ ਨੂੰ ਜਾ ਰਹੀ ਹੈ ਇੱਕ ਤਾਂ ਆਪਣੇ ਕੋਲ, ਇੱਕ ਇੱਧਰ ਨੂੰ ਜਾ ਰਹੀ ਹੈ। ਇਹ ਤਾਂ ਦੋਨੋਂ ਕੀ ਹੈ, ਆਪਸ 'ਚ ਕੈਂਸਲ ਹੋ ਸਕਦੀਆਂ ਆਪਾਂ ਕਹਿ ਸਕਦੇ ਹਾਂ। ਅਤੇ ਇੱਥੋਂ ਆਪਣੇ ਕੋਲ ਟੈਂਸ਼ਨ ਦਾ ਸਿਰਫ ਪਾਰਟ ਕਿਹੜਾ ਰਹਿ ਜਾਏਗਾ, -T cos θ। ਇਹ ਕੀ ਹੈ, ਇਕੁਅਲ ਅਤੇ ਅਪੋਜ਼ਿਟ ਹੋਏਗਾ ਰੀਸਟੋਰਿੰਗ ਫੋਰਸ ਡਿਵੈਲਪਡ ਡਿਊ ਟੂ ਇਲਾਸਟੀਸਿਟੀ ਦੇ ਕਾਰਨ। ਇੱਥੇ ਆਪਾਂ sin θ ਨੂੰ ਅਪਰੋਕਸੀਮੇਟਲੀ tan θ ਦੇ ਇੱਕੋ ਲਿਖ ਸਕਦੇ ਹਾਂ, ਅਤੇ tan θ ਲਿਖਾਂਗੇ ਕਰਲ y/ਕਰਲ x। ਦੈਨ F ਨੂੰ ਕੀ ਲਿਖ ਸਕਦੇ ਹਾਂ, T ਦੀ ਜਗ੍ਹਾ 'ਤੇ T sin θ ਦੀ ਜਗ੍ਹਾ 'ਤੇ ਲਿਖਾਂਗੇ ਕਰਲ y/ਕਰਲ x। ਵਿਦ ਆਪਣੇ ਕੋਲ ਸਾਈਨ ਨੈਗੇਟਿਵ ਆਏਗਾ, ਇੱਥੇ ਸਾਈਨ ਆਪਣੇ ਕੋਲ ਕੀ ਹੈ, ਨੈਗੇਟਿਵ ਆਏਗਾ। ਉਸ ਤੋਂ ਬਾਅਦ ਹੁਣ y ਹੈ ਜਿਹੜਾ ਆਪਣੇ ਕੋਲ ਕਿਸ ਦੇ ਕੋਲ A × e⁻ x। ਇੱਥੋਂ ਆਪਾਂ ਕੀ ਹੈ, ਹੁਣ ਫੋਰਸ ਆਪਾਂ ਲੈ ਕੇ ਚੱਲੇ ਹਾਂ F0 ਆਹ ਵਾਲੀ ਜਿਹੜੀ ਫੋਰਸ ਦੀ ਵੈਲਿਊ ਹੈ, ਠੀਕ ਹੈ, ਫੋਰਸ ਦੀ ਵੈਲਿਊ ਆਹ ਵਾਲੀ ਹੈ -T ਕਰਲ y/ਕਰਲ x। ਇੱਥੇ ਆਪਾਂ ਆਹ ਵਾਲਾ ਜਿਹੜਾ y ਹੈ ਉਸ ਦਾ ਡੈਰੀਵੇਟਿਵ ਕਰਕੇ ਵਿਦ ਰਿਸਪੈਕਟ ਟੂ x ਦੇ ਨਾਲ ਇੱਥੇ ਜਿਹੜੀ ਵੈਲਿਊ ਹੈ ਸਬਸਟੀਟਿਊਟ ਕਰਾਂਗੇ। ਸਬਸਟੀਟਿਊਟ ਕਰਨ ਤੋਂ ਬਾਅਦ ਹੁਣ ਆਪਾਂ x ਕਿੰਨੀ ਲੈ ਕੇ ਚੱਲੇ ਹਾਂ, ਓਰੀਜਨ ਦੇ ਉੱਪਰ 0 ਹੈ, x ਨੂੰ 0 ਪੁੱਟ ਕਰਾਂਗੇ। ਦੈਨ F0 -T -T = -K A ਉਸ ਤੋਂ ਬਾਅਦ ਜਿਹੜਾ A ਹੈ ਉਹ ਕਿਸ ਦੇ ਇਕੁਅਲ ਆ ਜਾਏਗਾ, F0/kt ਦੇ ਇਕੁਅਲ ਹੈ। ਵੈਲੋਸਿਟੀ ਨੂੰ ਆਪਾਂ ਕੀ ਲਿਖ ਸਕਦੇ ਹਾਂ, ਕਰਲ y/ਕਰਲ t, y ਦਾ ਵਿਦ ਰਿਸਪੈਕਟ ਟੂ ਟਾਈਮ ਨਾਲ ਡੈਰੀਵੇਟਿਵ ਕਰਾਂਗੇ। ਫਿਰ ਵੈਲੋਸਿਟੀ ਦੇ ਵਿੱਚ ਆਪਾਂ ਜਿਹੜੀ ਵੈਲਿਊ x ਦੀ 0 ਪੁੱਟ ਕਰਾਂਗੇ। ਉਸ ਤੋਂ ਬਾਅਦ ਇਸ ਦੇ ਵਿੱਚ ਜਿਹੜੀ A ਦੀ ਵੈਲਿਊ ਹੈ ਉਹ ਸਬਸਟੀਟਿਊਟ ਕਰਾਂਗੇ। ਸਬਸਟੀਟਿਊਟ ਕਰਨ ਦੇ ਨਾਲ ਇੱਥੇ ਆਪਣਾ ਜਿਹੜਾ ਸਾਈਨ ਹੈ ਕੀ ਹੈ, ਪੋਜ਼ੀਟਿਵ ਆਏਗਾ। ਤਾਂ F/V ਕਿਸ ਦੇ ਕੋਲ ਆ ਜਾਊਗਾ, K/ω × T ਦੇ F/V ਨੂੰ ਆਪਾਂ ਕੀ ਲਿਖ ਸਕਦੇ ਹਾਂ, Z। ਠੀਕ ਹੈ, ਦੈਨ Z = K/ω × T। K ਦੀ ਵੈਲਿਊ ਸਬਸਟੀਟਿਊਟ ਕਰਾਂਗੇ 2π/λ, ω ਦੀ 2π × νu। ਦੈਨ Z = T/c ਦੇ ਇਕੁਅਲ ਆ ਜਾਏਗਾ। ਜਦੋਂ T ਨੂੰ ਆਪਾਂ ρ/c² ਪੁੱਟ ਕਰਾਂਗੇ, ਦੈਨ Z = ρc ਦੇ ਇਕੁਅਲ ਆ ਜਾਏਗਾ। ਉਸ ਤੋਂ ਬਾਅਦ ਹੈਗਾ ਰਿਫਲੈਕਸ਼ਨ ਐਂਡ ਰਿਫਰੈਕਸ਼ਨ ਆਫ ਵੇਵਸ ਇਨ ਅ ਸਟ੍ਰਿੰਗ। ਇਸ ਦੇ ਵਿੱਚ ਕੀ ਹੈ, ਆਪਣੇ ਕੋਲ ਦੋ ਸਟ੍ਰਿੰਗ ਹੈ, ਠੀਕ ਹੈ। ਸਪੋਜ਼ ਆਪਣੇ ਕੋਲ ਦੋ ਸਟ੍ਰਿੰਗ ਹੈਗੀਆਂ AB ਅਤੇ BC, ਉਹਨਾਂ ਨੂੰ ਆਪਾਂ ਜੁਆਇਨ ਕੀਤਾ ਹੋਇਆ ਕਿਹੜੇ ਪੁਆਇੰਟ ਦੇ ਉੱਪਰ, ਜਦੋਂ x ਦੀ ਵੈਲਿਊ ਕੀ ਹੈ, 0 ਹੈ। ਹੁਣ ਦੋ ਸਟ੍ਰਿੰਗ ਹੈ, ਦੋਨਾਂ ਦਾ ਆਪਾਂ ਜਿਹੜਾ ਕਰੈਕਟਰਿਸਟਿਕ ਇੰਪੀਡੈਂਸ ਹੈ, ਵੇਵ ਨੰਬਰ ਹੈ ਅਤੇ ਮਾਸ ਪਰ ਯੂਨਿਟ ਲੈਂਥ ਹੈ, ਉਹ ਅਲੱਗ-ਅਲੱਗ ਲੈ ਕੇ ਚੱਲਾਂਗੇ। ਸਪੋਜ਼ ਫਸਟ ਹੈ ਜਿਹੜੀ AB, ਉਸ ਦਾ Z1 ਕਰੈਕਟਰਿਸਟਿਕ ਇੰਪੀਡੈਂਸ ਹੈ, K1 ਵੇਵ ਨੰਬਰ ਹੈ, ρ1 ਮਾਸ ਪਰ ਯੂਨਿਟ ਲੈਂਥ ਹੈ। ਸਿਮਿਲਰ ਵੇ ਦੇ ਨਾਲ BC ਦੇ ਲਈ ਆਪਾਂ ਲਿਖਾਂਗੇ
ਉਸ ਤੋਂ ਬਾਅਦ ਇੰਸੀਡੈਂਟ ਵੇਵ, ਜਿਹੜੀ ਵੇਵ ਇੱਥੇ ਕੀ ਹੈ ਇੰਸੀਡੈਂਟ ਕਰੇਗੀ, ਇੰਸੀਡੈਂਟ ਵੇਵ ਨੂੰ ਆਪਾਂ ਕਿਵੇਂ ਲਿਖਾਂਗੇ, ਤੇ ਉਹ ਕੀ ਸਟ੍ਰਿੰਗ ਏ ਬੀ ਦੇ ਥਰੂ ਪਾਸ ਹੋਏਗੀ, ਵਾਈ आई इज इक्वल टू ए आई ई दी पावर आयटा ओमेगा टी माइनस के वन इंटू एक्स। नैक्सट हुण जदों ਉਹ मतलब जंक्शन के उपर पहुँचेगी, जंक्शन किहड़ा सी जदों आपां के एक्स इज इक्वल टू 0 लैके चले हाँ, तो उसका जिहड़ा पार्ट हो की होएगा रिफ्लैक्ट होएगा, जां उसका कुछ पार्ट अपने कोले की है बैक आ जाएगा, वापस आ जाएगा। उसनूं आपां रिप्रजेंट करांगे वाई आर इज इक्वल टू ए आर ई दी पावर आइटा ओमेगा टी प्लस के वन एक्स। इत्थे अपने कोले साइन है जिहड़ा वो की आएगा पॉजिटिव आएगा। फिर उस तो बाद जिहड़ा कुछ पार्ट अपने कोले ट्रांसमिट होया वो पार्ट नूं आपां लिखांगे ए टी ई दी पावर आइटा ओमेगा टी माइनस के टू इंटू एक्स। पहला जिहड़ियां कंडीशनस है वो सैटिस्फाई होनी चाहिए जंक्शन के उपर। पहली कंडीशन है डिसप्लेसमेंट मस्ट भी कॉन्टीन्यूस, सारियां जिहड़ियां डिसप्लेसमेंट है वो कॉन्टीन्यूस होनी चाहिए। मीनस ट्रांसमिशन की किस दे कोल होएगी इंसीडेंट प्लस रिफ्लैक्शन दे, तो आप इत्थे वैल्यूज़ पुट करांगे। वैल्यूज़ पुट करन तो बाद जो एक्स नूं 0 पुट करांगे जंक्शन के उपर, दैन ए आई प्लस ए आर इज इक्वल टू ए टी के इक्वल है। उस तो बाद ट्रांसवर्स फोर्स है जिहड़ी कॉन्टीन्यूस होनी चाहिए है। मीनस टी इंटू करल अपॉन करल एक्स इंटू वाई आई प्लस वाई आर इज इक्वल टू टी करल वाई टी अपॉन करल एक्स। इत्थे आपां डेरीवेटिव करके तिन्नां दा इत्थे सबस्टिट्यूट करांगे। सबस्टिट्यूट करन तो बाद ए आई माइनस ए आर इज इक्वल टू के टू अपॉन के वन इंटू ए दे इक्वल आ गया। के टू अपॉन के वन है जिहड़ा उसनूं आपां लिख सकते हैं Z2 अपॉन Z1। आपां जिहड़ी वैल्यू आ सबस्टिट्यूट करांगे, दैन ए आई माइनस ए आर इज इक्वल टू Z2 अपॉन Z1 इंटू ए टी। आ वाली इक्वेशन तो एक अपने को वाली इक्वेशन, एक बार इन्होंने ऐड करांगे तो एक बार आप सबट्रैक्शन करांगे, दैन दो वैल्यूज कैलकुलेट हो जाएंगे। एक तो आ जाएगी ए आई इज इक्वल टू 1 अपॉन 2 इंटू 1 प्लस Z2 अपॉन Z1 इंटू A2। सैकेंड हैगी ए आर इज इक्वल टू 1/2 इंटू 1 माइनस Z2 अपॉन Z1 इंटू A2। फिर है रिफ्लैक्शन कोफिशिएंट आ रहे वो की है जोड़ा एंपलीट्यूड है रिफ्लैक्टेड वेव का तो इंसीडेंट वेव का, उन्होंने दोनों की जी रेशियो उसनों आप कह सकते हैं रिफ्लैक्शन कोफिशिएंट है। इस वैल्यू सबस्टिट्यूट करांगे, दैन आर ए इज इक्वल टू Z1 माइनस Z2 अपॉन Z1 प्लस Z2। उस बाद ट्रांसमिशन कोफिशिएंट जोड़ा एंपलीट्यूड है ट्रांसमिटेड वेव का तो एंपलीट्यूड है इंसीडेंट वेव का, उन्होंने दोनों की जी रेशियो होगी है ट्रांसमिशन कोफिशिएंट टी ए। वैल्यू सबस्टिट्यूट करांगे, दैन टी ए इज इक्वल टू 2Z1 अपॉन Z1 प्लस Z2 के इक्वल। नैक्सट है एनर्जी ऑफ ए प्रोग्रेसिव वेव। हुण जिहड़ी डिसप्लेसमेंट हो रही है पार्टिकल की स्ट्रिंग दे विच, उत्थे ट्रांसवर्स जिहड़ी वेव है वो प्रोपागेट करेगी एज दे विच। दैन बाय आपां रिप्रजेंट करांगे ए ई दी पावर आइटा ओमेगा टी माइनस के एक्स से। उस तो बाद अगर अपने कोल डिसप्लेसमेंट वेरी कर रही है साइन फंक्शन दे नाल, दैन वाई इज इक्वल टू आपां की लिख सकते हैं ए साइन ओमेगा टी माइनस के एक्स। विलोसिटी की है करल वाई अपॉन करल टी है, इत्थे आपां डेरीवेटिव करके वैल्यू सबस्टिट्यूट करांगे, दैन वी इज इक्वल टू ए ओमेगा कॉस ओमेगा टी माइनस के एक्स है। एक्सलेशन दे विच डबल डेरीवेटिव करांगे, वो किस इक्वल आ जाएगा माइनस ओमेगा स्केयर इंटू वाई दे। उस तो बाद अपने को जिहड़ी पोटेंशियल एनर्जी है वो 0 तो लैके वाई माइनस एम करल स्केयर वाई अपॉन करल टी स्केयर इंटू डी वाई के इक्वल है। इत्थे आपां जिहड़ी वैल्यू है ए वाली ए सबस्टिट्यूट करांगे, दैन यू पी किस इक्वल आ जाएगा 1/2 एम ओमेगा स्केयर ए साइन स्केयर ओमेगा टी माइनस के एक्स से। किनेटिक एनर्जी अपने को हाफ एम बी स्केयर है। वेलोसिटी की वैल्यू पुट करांगे, दैन यू के की वैल्यू की आ जाएगी 1/2 एम ओमेगा स्केयर ए स्केयर कॉस स्केयर ओमेगा टी माइनस के एक्स। टोटल एनर्जी के लिए दोनों जी एनर्जी उन्होंने सम करांगे, दैन यू इज इक्वल टू 1/2 एम ओमेगा स्केयर इंटू ए स्केयर के इक्वल आ गया। अगर एम नू आप रो डी एक्स पुट कर दिए, दैन यू इज इक्वल टू 1/2 एम रो ओमेगा स्केयर ए स्केयर इंटू डी एक्स है। अगर रेट ऑफ फ्लो ऑफ एनर्जी वो की है आई इज इक्वल टू डी यू अपॉन डी टी है, इसका डेरीवेटिव कर देंगे, दैन आई इज इक्वल टू बन जाएगा 1/2 ओमेगा स्केयर ए स्केयर इंटू रो सी दी। रो सी नूं फिर आप जेड पुट कर सकते, दैन आई इज इक्वल टू 1/2 ओमेगा स्केयर ए स्केयर इंटू जेड के इक्वल आ जाएगा।
ਨੈਕਸਟ ਹੈਗਾ ਪੋਟੈਂਸ਼ੀਅਲ ਤੇ ਜਿਹੜੀ ਕਿਨੈਟਿਕ એનર્ਜੀ ਹੈ ਉਹਨਾਂ ਦੇ ਵਿਚਕਾਰ ਰਿਲੇਸ਼ਨ ਕੀ ਹੈ। ਹੁਣ ਜੋ ਕਿ ਜਿਹੜਾ ਕਿਨੈਟਿਕ એનર્ਜੀ ਉਸ ਦੀ ਵੈਲਿਊ ਆਪਣੇ ਕੋਲ ਨੋਨ ਹੈ, ਉਸ ਦੇ ਵਿੱਚ ਆਪਾਂ ਟੀ ਦੀ ਵੈਲਿਊ ਨੂੰ 0 ਪੁੱਟ ਕਰਾਂਗੇ। 0 ਪੁੱਟ ਕਰਨ ਤੋਂ ਬਾਅਦ ਆਪਾਂ ਜਿਹੜੀ ਇੰਟੀਗ੍ਰੇਸ਼ਨ ਕਰਾਂਗੇ ਪੋਟੈਂਸ਼ੀਅਲ એનર્ਜੀ ਦੀ ਕਿਨੈਟਿਕ એનર્ਜੀ ਦੀ ਵੇਵਲੈਂਥ ਦੇ ਉੱਪਰ, ਇਸ ਦੀ ਇੰਟੀਗ੍ਰੇਸ਼ਨ ਦੇ ਲਈ ਆਪਣੇ ਕੋਲ ਜਿਹੜਾ ਵੈਲਿਊ ਕੀ ਆ ਜਾਏਗੀ λ/2। ਇੱਥੇ ਜਿਹੜੀ λ/2 ਹੈ ਵੈਲਿਊ ਸਬਸਟੀਟਿਊਟ ਕਰਾਂਗੇ, ਦੈਨ UK ਇਜ਼ ਇਕਸ ਟੂ ਕੀ ਆ ਜਾਏਗਾ 1/4 m ω² A²। ਸਿਮਿਲਰ ਵੇ ਦੇ ਨਾਲ ਜਿਹੜੀ ਪੋਟੈਂਸ਼ੀਅਲ એનર્ਜੀ ਆ ਉਸ ਦੇ ਵਿੱਚ ਆਪਾਂ ਟੀ ਨੂੰ 0 ਪੁੱਟ ਕਰਕੇ ਫਿਰ ਉਸ ਇੰਟੀਗ੍ਰੇਸ਼ਨ ਕਰਾਂਗੇ ਇੱਕ ਵੇਵਲੈਂਥ ਦੇ ਉੱਪਰ, ਦੈਨ UP ਲੈਮਡਾ ਕਿਸ ਕੋਲ ਆ ਜਾਏਗਾ 1/4 m ω² A² ਲੈਮਡਾ ਦੇ। ਇੱਥੋਂ ਆਪਣੇ ਕੋਲ ਕੀ ਪ੍ਰੂਵ ਹੋ ਗਿਆ, ਕਿਨੈਟਿਕ એનર્ਜੀ ਤੇ ਜਿਹੜੀ ਪੋਟੈਂਸ਼ੀਅਲ એનર્ਜੀ ਹੈ ਦੋਨੋਂ ਸੇਮ ਹੋਣਗੀਆਂ। ਫਿਰ ਆਪਣੇ ਕੋਲ ਹੈਗਾ ਰਿਫਲੈਕਸ਼ਨ ਐਂਡ ਟਰਾਂਸਮਿਸ਼ਨ ਕੋਐਫੀਸ਼ੀਐਂਟ ਆਫ એનર્ਜੀ। ਇਸ ਦੇ ਵਿੱਚ I ਦੀ ਵੈਲਿਊ, IR ਦੀ ਵੈਲਿਊ ਤੇ IT ਦੀ ਵੈਲਿਊ, ਠੀਕ ਹੈ, ਇਹ ਆਪਣੇ ਕੋਲੇ ਨੋਨ ਹੈ। ਨੋਨ ਹੋਣ ਤੋਂ ਬਾਅਦ ਜਿਵੇਂ ਪਹਿਲਾਂ ਆਪਾਂ ਟਰਾਂਸਮਿਸ਼ਨ ਕੋਐਫੀਸ਼ੀਐਂਟ ਕੀਤੇ ਹੈ, ਬਿਲਕੁਲ ਸੇਮ ਵੇ ਦੇ ਨਾਲ ਰਿਫਲੈਕਸ਼ਨ ਕੋਐਫੀਸ਼ੀਐਂਟ ਕੀਤੇ ਸੀ। ਜਿਵੇਂ RU ਨੂੰ ਆਪਾਂ ਕੀ ਲਿਖ ਸਕਦੇ ਹਾਂ, IR/IA। ਇਹ ਵਾਲੀ ਵੈਲਿਊ ਸਬਸਟੀਟਿਊਟ ਕਰਾਂਗੇ। ਸਬਸਟੀਟਿਊਟ ਕਰਨ ਤੋਂ ਬਾਅਦ RU RA ਦੇ ਸਕੇਅਰ ਇਕੁਅਲ ਆ ਜਾਏਗਾ। RA ਦੀ ਵੈਲਿਊ ਨੋਨ ਹੈ, ਦੈਨ ਆਪਾਂ RU ਦੀ ਵੈਲਿਊ ਕੈਲਕੂਲੇਟ ਕਰ ਸਕਦੇ ਹਾਂ। ਉਸ ਤੋਂ ਬਾਅਦ TU ਕਿਸ ਦੇ ਇਕੁਅਲ ਆ ਜਾਏਗਾ, TU ਨੂੰ ਵੀ ਆਪਾਂ ਕੈਲਕੂਲੇਟ ਕਰਾਂਗੇ। ਫਿਰ ਆਪਾਂ ਕੀ ਉਹਨਾਂ ਦੋਨਾਂ ਦਾ ਪਲੱਸ ਕਰਾਂਗੇ RU ਤੇ TU ਦਾ, ਦੈਨ ਉਹ ਕਿਸ ਦੇ ਇਕੁਅਲ ਆਉਣਾ ਚਾਹੀਦਾ 1 ਦੇ। ਤਾਂ ਆਪਣੇ ਕੋਲ ਕੀ ਹੈ, ਇੱਥੋਂ ਆਪਾਂ ਜਿਹੜੀ ਰਿਫਲੈਕਸ਼ਨ ਤੇ ਟਰਾਂਸਮਿਸ਼ਨ ਕੋਐਫੀਸ਼ੀਐਂਟ ਆਫ એનર્ਜੀ ਹੈ ਉਹਨਾਂ ਦਾ ਜਿਹੜਾ ਸਮ ਹੈ ਉਹ ਵਾਲੀ ਵੈਲਿਊ ਹੈ ਜਿਹੜੀ ਕੈਲਕੂਲੇਟ ਕਰ ਸਕਦੇ ਹਾਂ। ਉਸ ਤੋਂ ਬਾਅਦ ਰਿਫਲੈਕਸ਼ਨ ਤੇ ਟਰਾਂਸਮਿਸ਼ਨ ਕੋਐਫੀਸ਼ੀਐਂਟ ਹੈਗਾ ਐਟ ਦਾ ਫ੍ਰੀ ਐਂਡ ਫਿਕਸਡ ਐਂਡ ਆਫ ਦਾ ਸਟ੍ਰਿੰਗ। ਇਸ ਦੇ ਵਿੱਚ ਇੱਕ ਵਾਰੀ ਤਾਂ ਆਪਾਂ ਫ੍ਰੀ ਐਂਡ ਲੈ ਕੇ ਚੱਲੇ ਹਾਂ, ਜਦੋਂ Z2 ਨੂੰ ਵੈਲਿਊ ਆਪਾਂ 0 ਪੁੱਟ ਕਰਾਂਗੇ। ਫਿਰ ਆਪਣੇ ਕੋਲ ਇੱਕ ਵਾਰੀ ਕੀ ਹੈ, ਫਿਕਸਡ ਐਂਡ ਹੋਣਗੇ ਜਦੋਂ Z2 ਨੂੰ ਆਪਾਂ ਇਨਫਾਈਨਾਈਟ ਪੁੱਟ ਕਰਾਂਗੇ।